ਆ ਰਹੀਆਂ ਨੇ ਵਾਰ-ਵਾਰ ਭੁੱਲਦੀਆਂ ਕੋਈ ਨਹੀਂ ਕਿ ਕਿਤਨਾ ਚੰਗਾ ਤੋਤਾ ਸੀ। ਸਾਨੂੰ ਵੀ ਪਰਮੇਸ਼ਰ ਵਾਲੇ ਪਾਸੇ ਲਾ ਦਿੱਤਾ। ਕਹਿੰਦੇ ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ। 5-6 ਮਹੀਨੇ ਇਹਨਾਂ ਨੂੰ ਬਹੁਤ ਬਜ਼ੁਰਗ ਰਿਹਾ, ਬੜਾ ਬਜ਼ੁਰਗ ਰਿਹਾ। ਤੇ ਇੱਕ ਦਿਨ ਰਾਜਾ ਕਹਿੰਦਾ, ਪਹਿਲਾਂ ਵੀ ਪਿੰਜਰਾ ਖਾਲੀ ਹੋਇਆ ਸੀ ਤੇ ਤੁਸੀਂ ਆਹ ਤੋਤਾ ਲੈ ਕੇ ਆਏ। ਆਹ ਤੋਤੇ ਨੇ ਸਾਨੂੰ ਪਰਮੇਸ਼ਰ ਦੇ ਲੜ ਲਾ ਦਿੱਤਾ ਤੇ ਹੁਣ ਤੇ ਕਹਿੰਦੇ ਆਦਤ ਬਣ ਗਈ ਹੈ। ਆਹ ਪਿੰਜਰਾ ਕਹਿੰਦੇ ਜਦੋਂ ਮੈਂ ਖਾਲੀ ਵੇਖਦਾ ਉਦੋਂ ਮੇਰੇ ਮਨ ਨੂੰ ਹੌਲ ਪੈਂਦੇ ਨੇ। ਵਜ਼ੀਰ ਨੂੰ ਕਹਿੰਦੇ ਕਿ ਜਾ ਕੇ ਤੋਤਾ ਲੈ ਕੇ ਆਓ, ਕੋਈ ਹੋਰ ਤੋਤਾ ਕਹਿੰਦੇ ਹੋਰ ਲੈ ਕੇ ਆਓ। ਹੁਣ ਜਿਸ ਵੇਲੇ ਵਜ਼ੀਰ ਗਿਆ ਇਹ ਤੋਤਾ ਲੱਭਦਾ ਫਿਰਦਾ, ਕਿਧਰੇ ਤੋਤਾ ਮਿਲ ਜਾਵੇ, ਕਿਧਰੇ ਤੋਤਾ ਮਿਲ ਜਾਵੇ। ਜਿਸ ਵੇਲੇ ਤੋਤਾ ਕਿਧਰੇ ਨਹੀਂ ਮਿਲ ਗਿਆ ਤੇ ਇੱਕ ਚੰਡਾਲ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਤੋਤਾ ਸੀ, ਚੰਡਾਲ ਦੇ ਘਰ ਦੇ ਵਿੱਚ ਤੋਤਾ। ਵਜ਼ੀਰ ਨੇ ਜਾ ਕੇ ਆਖਿਆ ਕਿ ਰਾਜਾ ਸਾਹਿਬ ਤੋਤਾ ਮੰਗ ਰਹੇ ਨੇ, ਤੁਸੀਂ ਤੋਤਾ ਦੇ ਦਿਓ। ਹੁਣ ਚੰਡਾਲ ਕਹਿੰਦਾ ਵੀ ਜੇ ਤੇ ਅਸੀਂ ਤੁਹਾਨੂੰ ਤੋਤਾ ਨਾ ਵੀ ਦਈਏ ਤਾਂ ਵੀ ਤੁਸੀਂ ਲੈ ਹੀ ਜਾਣਾ। ਇਹ ਬਾਦਸ਼ਾਹ ਦਾ ਹੁਕਮ ਹੈ, ਰਾਜੇ ਦਾ ਹੁਕਮ ਹੈ ਤੇ ਤੋਤਾ ਤੁਸੀਂ ਲੈ ਜਾਓ, ਕੋਈ ਗੱਲ ਨਹੀਂ। ਕਹਿੰਦੇ ਨਹੀਂ, ਅਸੀਂ ਇਸ ਤਰੀਕੇ ਦੇ ਨਾਲ ਧੱਕੇ ਨਾਲ ਨਹੀਂ ਫੜਨਾ ਚਾਹੁੰਦੇ, ਜੇ ਤੁਹਾਡੀ ਮਰਜ਼ੀ ਹੋਵੇ ਤਾਂ। ਕਹਿੰਦੇ ਮੈਂ ਤੇ ਪਹਿਲਾਂ ਹੀ ਇਹ ਗੱਲ ਆਖੀ ਹੈ, ਤੁਸੀਂ ਧੱਕਾ ਵੀ ਕਰ ਸਕਦੇ ਹੋ, ਧੱਕੇ ਨਾਲ ਵੀ ਲਿਜਾ ਸਕਦੇ ਹੋ, ਤੇ ਮੈਂ ਇਸ ਰਾਜ ਦੇ ਵਿੱਚ ਰਹਿੰਦਾ। ਤੇ ਕਹਿੰਦੇ ਮੈਨੂੰ ਕੋਈ ਉਜ਼ਰ ਨਹੀਂ ਆ, ਤੁਸੀਂ ਤੋਤਾ ਲੈ ਜਾਓ, ਤੋਤਾ ਇਹ ਲੈ ਜਾਓ। ਜਿਸ ਵੇਲੇ ਉਹ ਤੋਤਾ ਲੈ ਕੇ ਵਜ਼ੀਰ ਪਿਆਰਿਓ ਰਾਜ ਮਹੱਲਾਂ ਦੇ ਵਿੱਚ ਪਹੁੰਚਿਆ, ਜਾ ਕੇ ਰਾਜੇ ਨੂੰ ਤੋਤਾ ਦਿੱਤਾ। ਸਾਰੇ ਬੜੇ ਖੁਸ਼ ਹੋਏ। ਅਸਲ ਦੇ ਵਿੱਚ ਇਹ ਤੋਤਾ ਉਸੇ ਤੋਤੇ ਦਾ ਭਰਾ ਸੀ। ਇੱਕ ਤੋਤਾ ਸਾਧੂ ਨੇ ਖਰੀਦ ਲਿਆ ਸੀ ਤੇ ਇੱਕ ਤੋਤਾ ਇਸ ਚੰਡਾਲ ਨੇ ਖਰੀਦ ਲਿਆ ਸੀ। ਉਸੇ ਦੀ ਹੁਣ ਤੋਤਿਆਂ ਸਾਰਿਆਂ ਦੀ ਸ਼ਕਲ ਮਿਲਦੀ ਹੈ। ਵੇਖ ਕੇ ਬੜੇ ਖੁਸ਼ ਹੋਏ। ਕਹਿੰਦੇ ਇਹ ਤੇ ਉਹੀ ਹੀ ਤੋਤਾ ਆ ਗਿਆ, ਇਹ ਤੇ ਉਹੀ ਹੀ ਤੋਤਾ ਆ ਗਿਆ। ਉਸੇ ਤਰ੍ਹਾਂ ਦੇ ਇਹਦੀ ਨਹੁੰ ਨੇ, ਉਸੇ ਤਰ੍ਹਾਂ ਦੀ ਇਹਦੀ ਚੁੰਝ ਹੈ, ਉਸੇ ਤਰ੍ਹਾਂ ਦਾ ਹੀ ਰੰਗ ਆ, ਇਹ ਉਹੀਓ ਆ ਗਿਆ। ਬੜੇ ਖੁਸ਼ ਹੋਏ, ਬੜੇ ਖੁਸ਼ ਹੋਏ। ਕਹਿੰਦੇ ਇਹ ਤੇ ਜਦੋਂ ਉੱਠੇਗਾ ਸਾਨੂੰ ਪਰਮੇਸ਼ਰ ਦਾ ਨਾਮ ਜਪਾਏਗਾ। ਹੁਣ ਇਹ ਚੰਡਾਲ ਦੇ ਕੋਲ ਰਹਿਣ ਵਾਲਾ ਸੀ, ਚੰਡਾਲ ਦੇ ਕੋਲ ਰਹਿਣ ਵਾਲਾ। ਜਿਸ ਵੇਲੇ ਸਵੇਰੇ ਉੱਠਿਆ, ਉੱਠਦਿਆਂ ਸਾਰ ਜਿਵੇਂ ਚੰਡਾਲ ਆਪਣੇ ਨੌਕਰਾਂ ਨੂੰ ਆਖਦਾ ਸੀ ਨਾ, ਕਹਿੰਦੇ ਉੱਠੋ ਜਲਦੀ ਨਹੀਂ ਤੇ ਤੁਹਾਡੇ ਡੰਡੇ ਪੈਣਗੇ, ਤੁਸੀਂ ਕਹਿੰਦੇ ਰਾਜਿਆਂ ਦੀ ਤਰ੍ਹਾਂ ਸੌਂ ਗਏ ਹੋ। ਕਹਿੰਦੇ ਉੱਠੋ। ਉੱਠਦਿਆਂ ਸਾਰੇ ਉਹ ਉਸ ਦੇ ਦਿਮਾਗ ਦੇ ਵਿੱਚ ਸੀ, ਤੋਤੇ ਨੇ ਇਹ ਗੱਲ ਰਟਨ ਕੀਤੀ ਹੋਈ ਸੀ। ਜਦੋਂ ਤੋਤੇ ਨੇ ਉੱਠਣਾ ਤੇ ਉੱਠਦਿਆਂ ਸਾਰੀ ਉਸਨੇ ਇਹੀਓ ਗੱਲ ਕਹਿਣੀ, ਉੱਠੋ ਰਾਜੇ ਬਣ ਕੇ ਸੁੱਤੇ ਹੋਏ ਹੋ, ਤੁਹਾਡੇ ਡੰਡੇ ਵੱਜਣਗੇ। ਕਹਿੰਦੇ ਉੱਠੋ, ਉੱਠੋ। ਕਹਿੰਦੇ ਆਪਣੇ ਕੰਮ ਤੇ ਚੱਲੋ ਨਹੀਂ ਤੇ ਤੁਹਾਡੇ ਡੰਡੇ ਪੈਣਗੇ। ਰਾਜਿਆਂ ਦੀ ਤਰ੍ਹਾਂ ਤੁਸੀਂ ਸੁੱਤੇ ਹੋਏ। ਜਦੋਂ ਵਾਰ-ਵਾਰ ਇਹ ਕੰਨਾਂ ਦੇ ਵਿੱਚ ਆਵਾਜ਼ ਪਈ, ਰਾਜੇ ਨੇ ਸੋਚਿਆ ਇਹ ਤੇ ਕਹਿੰਦੀ ਤੋਤਾ ਬਹੁਤ ਗਲਤ ਬੋਲ ਰਿਹਾ, ਇਹ ਤੇ ਬਹੁਤ ਗਲਤ ਬੋਲ ਰਿਹਾ। ਕਹਿੰਦੇ ਇਹ ਤੇ ਅਪਸ਼ਬਦ ਬੋਲਦਾ, ਇਹ ਸਾਡੀ ਬੇਇੱਜ਼ਤੀ ਕਰ ਰਿਹਾ। ਈਵਨ ਕਿ ਇੱਥੋਂ ਤੱਕ ਕਹਿ ਦਿੰਦਾ, ਕਹਿੰਦੇ ਉੱਠੋ, ਉੱਠੋ। ਕਹਿੰਦੇ ਜਿਤਨੇ ਹੈਗੇ ਨੇ ਦੂਸਰੇ ਚੰਡਾਲ ਉਹਦੇ ਨਾਲ ਦੇ, ਉਹਨਾਂ ਨੂੰ ਕਹਿੰਦਾ ਉੱਠੋ, ਉੱਠ ਕੇ ਤੁਹਾਡੇ ਪੈਣਗੇ ਡੰਡੇ, ਤੁਹਾਡੇ ਸਾਰਿਆਂ ਦੇ ਪੈਣਗੇ ਡੰਡੇ। ਕਹਿੰਦੇ ਵੀ ਇਹ ਤੇ ਸਾਰਿਆਂ ਦੀ ਬੇਇੱਜ਼ਤੀ ਕਰ ਰਿਹਾ। ਜਦੋਂ ਉੱਠਦਾ ਉੱਚੀ ਉੱਚੀ ਇਹੀਓ ਗੱਲਾਂ ਕਹਿੰਦਾ। ਰਾਜੇ ਨੇ ਫੜ ਕੇ ਉਹਦੀ ਧੌਣ ਮਰੋੜ ਦਿੱਤੀ। ਅਸਲ ਦੇ ਵਿੱਚ ਗੱਲ ਕੀ ਸੀ? ਸੰਗਤ ਦਾ ਅਸਰ ਸੀ, ਸੰਗਤ ਦਾ ਅਸਰ ਸੀ। ਜਿਹੜਾ ਤੋਤਾ ਸਾਧੂ ਦੇ ਕੋਲ ਰਹਿੰਦਾ ਸੀ ਉਹ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਸੀ। ਉਹ ਇਹੋ ਗੱਲ ਕਹਿੰਦਾ ਸੀ ਕਿ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰੋ। ਤੇ ਦੂਸਰਾ ਤੋਤਾ ਜਿਹੜਾ ਹੁਣ ਚੰਡਾਲ ਦੇ ਕੋਲ ਰਹਿਣ ਵਾਲਾ, ਉਹ ਇਹੋ ਹੀ ਗੱਲਾਂ ਕਰਦਾ ਜਿਵੇਂ ਚੰਡਾਲ ਬੋਲਦਾ ਸੀ। ਤੇ ਸਤਿਗੁਰੂ ਦੀ ਪ੍ਰਤੀਤੀ ਹੈ ਜਿਨ੍ਹਾਂ ਨੂੰ ਪਿਆਰਿਓ, ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਪ੍ਰਤੀਤੀ ਆ ਜਾਂਦੀ ਹੈ, ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ। ਤੇ ਜਿਨ੍ਹਾਂ ਦੇ ਅੰਦਰ ਪ੍ਰਤੀਤੀ ਨਹੀਂ ਆਉਂਦੀ, ਸਤਿਗੁਰੂ ਕਹਿੰਦੇ ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਕਿਉਂਕਿ ਉਹਨਾਂ ਦੇ ਅੰਦਰ ਉਹ ਜਿਹਾ ਮਾਹੌਲ ਬਣਿਆ ਹੁੰਦਾ, ਅੰਦਰ ਕਪਟ ਹੈ।
ਤੇ ਦੂਸਰਿਆਂ ਨੂੰ ਉਸੇ ਤਰ੍ਹਾਂ ਹੀ ਸਮਝਦੇ ਨੇ ਤੇ ਦੂਸਰਿਆਂ ਨੂੰ ਵੀ ਉਹ ਦੁਖੀ ਕਰਦੇ ਨੇ, ਆਪ ਵੀ ਉਹ ਦੁਖੀ ਹੁੰਦੇ ਨੇ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸਵੈ ਪਰਾਈ। ਸਤਿਗੁਰ ਦੀ ਰਜ਼ਾ ਦੇ ਵਿੱਚ ਨਹੀਂ ਚੱਲਦੇ, ਸਤਿਗੁਰ ਦੇ ਭਾਣੇ ਦੇ ਵਿੱਚ ਨਹੀਂ ਚੱਲਦੇ, ਸਤਿਗੁਰ ਦੀ ਕਹੀ ਹੋਈ ਗੱਲ ਅਨੁਸਾਰ ਨਹੀਂ ਚੱਲਦੇ, ਆਪਣੇ ਸਵੈ ਪਰਾਈ। ਉਹ ਕਹਿੰਦੇ ਹਮੇਸ਼ਾ ਆਪਣੇ ਸਵਾਰਥ ਵਾਸਤੇ ਕੰਮ ਕਰਦੇ ਨੇ। ਜੋ ਵੀ ਕਰਨਗੇ ਆਪਣੇ ਸਵਾਰਥ ਵਾਸਤੇ ਕਰਨਗੇ, ਉਹ ਕਿਸੇ ਦਾ ਨਹੀਂ ਵੇਖਦੇ। ਆਪਣੇ ਸਵੈ ਪਰਾਈ, ਹਮੇਸ਼ਾ ਹੀ ਉਹਨਾਂ ਨੇ ਆਪਣੇ ਸਵਾਰਥ ਦੀ ਗੱਲ ਕਰਨੀ ਆ, ਮਾਇਆ ਦੀ ਗੱਲ ਕਰਨੀ ਆ। ਸਤਿਗੁਰ ਦੀ ਰਜ਼ਾ, ਸਤਿਗੁਰ ਦਾ ਭਾਣਾ, ਸਤਿਗੁਰ ਦਾ ਹੁਕਮ ਉਹਨਾਂ ਦੇ ਕਹਿੰਦੇ ਕਦੀ ਚਿੱਤ ਵਿੱਚ ਵੀ ਨਹੀਂ ਆਉਂਦਾ। ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸ਼ਬਦ ਸਮਾਹੀ। ਸਤਿਗੁਰੂ ਕਹਿੰਦੇ ਐਸੇ ਮਨੁੱਖਾਂ ਤੇ ਜੇ ਕਿਧਰੇ ਮਾਲਕ ਕਿਰਪਾ ਕਰ ਦੇਵੇ ਤੇ ਉਹ ਵੀ ਸ਼ਬਦ ਦੇ ਨਾਲ ਜੁੜ ਕੇ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦੇ ਨੇ। ਜੇ ਵਾਹਿਗੁਰੂ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਜਿਤਨੀ ਦੇਰ ਤੱਕ ਵਾਹਿਗੁਰੂ ਬਖਸ਼ਿਸ਼ ਨਹੀਂ ਕਰਦਾ, ਰਹਿਮਤ ਨਹੀਂ ਕਰਦਾ, ਉਹ ਜੁੜਦੇ ਨਹੀਂ, ਉਤਨੀ ਦੇਰ ਤੱਕ ਸ਼ਬਦ ਦੇ ਵਿੱਚ ਸਮਾ ਨਹੀਂ ਸਕਦਾ। ਮਹੱਲਾ ਚੌਥਾ। ਮਨ ਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨਵਾ ਤਿਰੜਾਹੇ। ਮਨ ਮੁਖ ਤੇ ਉਹੀ ਹੋਇਆ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ। ਕਹਿੰਦੇ ਮਾਇਆ ਮੋਹ ਵਿਆਪੇ, ਉਹ ਹਰ ਵੇਲੇ ਮਾਇਆ ਮਾਇਆ ਹੀ ਕਰਦਾ। ਦੂਜੇ ਭਾਏ ਮਨਵਾ ਤਿਰੜਾਹੇ, ਕਹਿੰਦੇ ਉਹਨਾਂ ਦਾ ਮਨ ਕਿਵੇਂ ਸਥਿਰ ਹੋ ਸਕਦਾ? ਉਹਨਾਂ ਦਾ ਮਨ ਸਥਿਰ ਨਹੀਂ ਹੋ ਸਕਦਾ, ਉਹਨਾਂ ਦਾ ਮਨ ਟਿਕਾਣੇ ਦੇ ਵਿੱਚ ਨਹੀਂ ਆ ਸਕਦਾ। ਮਨ ਭਟਕੇਗਾ ਪਿਆਰਿਓ, ਮਨਮੁਖ ਦਾ ਮਨ ਹਮੇਸ਼ਾ ਹੀ ਭਟਕਦਾ ਹੈ, ਉਹ ਇੱਕ ਤਾਂ ਟਿਕਦਾ ਹੀ ਕੋਈ ਨਹੀਂ ਪਿਆਰਿਓ, ਪ੍ਰਭੂ ਵਾਲੇ ਪਾਸੇ ਨਹੀਂ ਲੱਗਦਾ, ਹਰ ਵੇਲੇ ਭਟਕਦਾ ਰਹਿੰਦਾ। ਪਤਾ ਨਹੀਂ ਕਿਤਨੇ ਕੋ ਖਿਆਲ ਆਈ ਜਾਂਦੇ ਨੇ। ਛਿਨ ਛਿਨ ਦੇ ਵਿੱਚ ਅਸੀਂ ਆਪਣੇ ਵੱਲ ਝਾਤੀ ਮਾਰ ਕੇ ਵੇਖ ਲਈਏ, ਕਿਤਨੇ ਖਿਆਲ ਆਉਂਦੇ ਨੇ ਮਨ ਦੇ ਵਿੱਚ, ਕਿਉਂਕਿ ਅਸੀਂ ਮਨ ਦੇ ਪਿੱਛੇ ਚੱਲਦੇ ਹਾਂ। ਅਸੀਂ ਗੁਰੂ ਦੀ ਮੰਨ ਕੇ ਨਹੀਂ ਚੱਲਦੇ, ਗੁਰਮੁਖਾਂ ਵਾਂਗ ਨਹੀਂ ਚੱਲਦੇ, ਅਸੀਂ ਮਨਮੁਖ ਹਾਂ, ਮਨ ਦੇ ਪਿੱਛੇ ਚੱਲਣ ਵਾਲੇ। ਮਨਮੁਖ ਮਾਇਆ ਮੋਹ ਵਿਆਪੇ, ਤੇ ਮਾਇਆ ਦੇ ਮੋਹ ਵਿੱਚ ਫਸੇ ਹੋਣ ਕਰਕੇ ਸਾਡਾ ਮਨ ਸਥਿਰ ਨਹੀਂ ਹੁੰਦਾ, ਸਾਡਾ ਮਨ ਟਿਕਾਣੇ ਤੇ ਨਹੀਂ ਆਉਂਦਾ, ਮਨ ਸਾਡਾ ਟਿਕਦਾ ਹੀ ਨਹੀਂ। ਅਨ ਦਿਨ ਜਲਤ ਰਹਾ ਹੈ ਦਿਨ ਰਾਤੀ, ਹਉ ਬੇ ਖਪੇ ਕਪਾਹੇ। ਅਨ ਦਿਨ ਤੋਂ ਭਾਵ ਦਿਨ ਰਾਤੀ ਅੰਦਰੇ ਅੰਦਰ ਛੱਡਦੇ ਰਹਿੰਦੇ ਨੇ। ਹਉਮੈ ਖਪੇ ਖਪਾਈ, ਇਹ ਕਿਹਦੇ ਕਰਕੇ ਹੁੰਦਾ? ਹਉਮੈ ਦੇ ਕਰਕੇ, ਅਹੰਕਾਰ ਕਰਕੇ। ਪਿਆਰਿਓ, ਹਉਮੈ ਵੱਡਾ ਰੋਗ ਹੈ, ਦਾਰੂ ਪੀ ਸਮਾਹੇ। ਕਿਰਪਾ ਕਰੇ ਜੇ ਆਪਣੇ, ਤਾਂ ਗੁਰ ਕਾ ਸ਼ਬਦ ਕਮਾਏ। ਜੇ ਕਦੇ ਵਾਹਿਗੁਰੂ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਹਉਮੈ ਦਾ ਰੋਗ ਬੜਾ ਵੱਡਾ ਹੈ। ਤਾਈਓ ਆਸਾ ਦੀ ਵਾਰ ਦੇ ਵਿੱਚ ਰੋਜ਼ ਹੀ ਅਸੀਂ ਪੜ੍ਹਦੇ ਹਾਂ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ। ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ, ਕਥ ਕਥ ਰੂਝੈ ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੇ ਤਿਹਾ ਵੇਖ। ਇਹ ਹਉਮੈ ਦਾ ਰੂਪ ਪਿਆਰਿਓ ਸਾਨੂੰ ਬਹੁਤ ਭੜਕਾਉਂਦਾ। ਅਨ ਦਿਨ ਚਲਤ ਰਹਾ ਹੈ ਦਿਨ ਰਾਤੀ, ਹਉਮੈ ਖਪ ਹੀ ਖਪਾਈ। ਈਰਖਾ ਦੇ ਕਰਕੇ, ਦਵੈਸ਼ ਦੇ ਕਰਕੇ, ਹਉਮੈ ਦੇ ਕਰਕੇ ਮਨੁੱਖ ਆਪ ਵੀ ਖਪਦਾ ਹੈ, ਰਿਝਦਾ ਹੈ। ਅੰਤਰ ਰੋਗ ਮਹਾ ਗੁਬਾਰਾ, ਤਿਨ ਕੈ ਨਿਕਟ ਨ ਕੋਈ ਰਾਹੀ। ਕਹਿੰਦੇ ਜਿਹਨਾਂ ਦੇ ਅੰਦਰ ਲੋਭ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤੇਰਾ ਰੋਏ ਕਿਆ ਕੀਜੈ। ਅੰਤਰ ਲੋਭ ਮਹਾ ਗੁਬਾਰਾ, ਅਗਿਆਨ ਦਾ ਗੁਬਾਰ ਛਾਇਆ ਹੋਇਆ ਹੈ। ਤਿਨ ਕੇ ਨਿਕਟ ਨਾ ਕੋਈ ਜਾਏ, ਕਹਿੰਦੇ ਇਹਦੇ ਨੇੜੇ ਨਾ ਜਾਇਓ। ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਵੀ ਇਹ ਜ਼ਿਕਰ ਹੁੰਦਾ ਹੈ ਕਿ ਜਿੱਥੇ ਇਹੋ ਜਿਹਾ ਮਨੁੱਖ ਹੋਵੇ ਤੇ ਕਹਿੰਦੇ ਇਹਨਾਂ ਦੇ ਨੇੜੇ ਨਾ ਜਾਇਓ। ਕਹਿੰਦੇ ਜੀਵਨ ਜਿਹਨਾਂ ਦਾ ਆਪਣਾ ਬਰਬਾਦ ਹੈ, ਤੁਹਾਡਾ ਵੀ ਬਰਬਾਦ ਕਰ ਦੇਣਗੇ। ਉਹਨਾਂ ਦੇ ਨੇੜੇ ਕਿਤੇ ਮਤਾ ਜਾਇਓ, ਉਹਨਾਂ ਦੀ ਸੰਗਤ ਨਾ ਕਰਿਓ। ਜੇ ਸੰਗਤ ਕਰਨੀ ਹੈ ਤੇ ਗੁਰਮੁਖਾਂ ਦੀ ਕਰਿਓ, ਐਸੇ ਮਨੁੱਖਾਂ ਦੀ ਸੰਗਤ ਨਾ ਕਰਿਓ ਜਿਹੜੇ ਆਪ ਟੁੱਟੇ ਹੋਏ ਨੇ। ਜਿਹੜੇ ਆਪ ਟੁੱਟੇ ਹੋਏ ਨੇ ਤੁਹਾਨੂੰ ਵੀ ਤੋੜ ਦੇਣਗੇ, ਜਿਹੜੇ ਆਪ ਜੁੜੇ ਹੋਏ ਨੇ ਉਹ ਤੁਹਾਨੂੰ ਵੀ
ਮਾਲਕ ਦੇ ਚਰਨਾਂ ਦੇ ਨਾਲ ਜੋੜ ਦੇਣੀ ਪਿਆਰਿਓ। ਜੁੜਨਾ ਬੜਾ ਔਖਾ ਨਾ, ਤੋੜਨਾ ਤੇ ਬੜਾ ਸੌਖਾ। ਮਨ ਟੁੱਟ ਜਾਂਦਾ ਬਹੁਤ ਜਲਦੀ, ਪਰ ਜੁੜਦਾ ਬੜਾ ਆਸਤੇ ਆਸਤੇ ਹੈ। ਬਹੁਤ ਉਹਦੇ ਵਾਸਤੇ ਯਤਨ ਕਰਨਾ ਪੈਂਦਾ। ਇਹ ਤੇ ਅਸੀਂ ਪ੍ਰੈਕਟੀਕਲ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ। ਸਾਡਾ ਮਨ ਲੱਗਦਾ ਹੈ ਗੁਰੂ ਵਾਲੇ ਪਾਸੇ? ਨਹੀਂ। ਜਦੋਂ ਮਨ ਲਾਉਣਾ ਹੈ ਇਹਦੇ ਵਾਸਤੇ ਬਹੁਤ ਜ਼ਿਆਦਾ ਤਰੱਦਦ ਕਰਨਾ ਪੈਂਦਾ, ਬੜਾ ਅਭਿਆਸ ਕਰਨਾ ਪੈਂਦਾ, ਤੇ ਤੋੜਨਾ ਤੇ ਇੱਕ ਛਿਨ ਦੇ ਵਿੱਚ ਹੈ। ਕਹਿੰਦੇ ਉਹਨਾਂ ਦੇ ਨੇੜੇ ਕੋਈ ਵੀ ਨਹੀਂ ਜਾਂਦਾ। ਉਹ ਆਪ ਦੁਖੀ ਸੁਖ ਕਬੂ ਨਾ ਪਾਵੇ, ਜਨਮ ਮਰੇ ਮਰ ਜਾਹੇ। ਕਹਿੰਦੇ ਉਹ ਆਪ ਦੁਖੀ ਨੇ, ਸੁਖ ਉਹਨਾਂ ਦੇ ਨਸੀਬਾਂ ਵਿੱਚ ਹੁੰਦਾ ਹੀ ਕੋਈ ਨਹੀਂ। ਆਪ ਦੁਖੀ ਸੁਖ ਕਬੂ ਨਾ ਪਾਵੇ, ਕਦੇ ਵੀ ਸੁਖ ਨਹੀਂ ਉਹਨਾਂ ਦੇ ਕਰਮਾਂ ਦੇ ਵਿੱਚ। ਜਨਮ ਮਰੀ ਮਰ ਜਾਹੇ, ਜੰਮਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ। 84 ਦਾ ਚੱਕਰ ਉਹਨਾਂ ਵਾਸਤੇ ਬਣਿਆ ਰਹਿੰਦਾ ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ। ਇਹ ਸਤਿਗੁਰੂ ਫਿਰ ਕਹਿੰਦੇ ਨੇ ਚੌਥੇ ਨਾਨਕ, ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੀ। ਕਹਿੰਦੇ ਐਸੇ ਮਨੁੱਖ ਵੀ ਜੇ ਕਿਧਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣ ਤੇ ਸਤਿਗੁਰੂ ਬਖਸ਼ਿਸ਼ ਕਰ ਦਿੰਦਾ, ਉਹਨਾਂ ਨੂੰ ਬਖਸ਼ ਦਿੰਦਾ ਹੈ। ਸਤਿਗੁਰੂ ਖੋਟਿਓਂ ਖਰੇ ਕਰੇ, ਖੋਟਿਆਂ ਨੂੰ ਉਹ ਖਰੇ ਬਣਾ ਦਿੰਦਾ। ਜਿਹੜਾ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ, ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ, ਸਤਿਗੁਰੂ ਉਹਨਾਂ ਨੂੰ ਸਚਿਆਰ ਬਣਾ ਦਿੰਦਾ, ਉਪਾਧੀ ਬਖਸ਼ਿਸ਼ ਕਰ ਦਿੰਦਾ। ਇਹ ਮੇਰੇ ਸੱਚੇ ਸਿੱਖ ਨੇ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ। ਕਹਿੰਦੇ ਜੀ ਹੁਣ ਮਨਮੁਖ ਵੀ ਕੋਈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇ ਤੇ ਉਹਦੇ ਉੱਤੇ ਵੀ ਕਿਰਪਾ ਹੋ ਜਾਂਦੀ ਹੈ, ਉਹਦਾ ਵੀ ਚਿੱਤ ਜੁੜ ਜਾਂਦਾ ਹੈ, ਉਸ ਦਾ ਵੀ ਮਨ ਗੁਰੂ ਦੇ ਨਾਲ ਜੁੜ ਜਾਂਦਾ ਹੈ। ਪੌੜੀ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ। ਪ੍ਰਵਾਨ ਕਿਹੜੇ ਨੇ? ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ। ਭਗਤ ਤੇਰੀ ਮਨ ਭਾਉਂਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ, ਦਰ ਢੋ ਨ ਲਹਿਨੀ ਧਾਮਦੇ। ਇੱਕ ਮੂਲ ਨਾ ਬੁੱਧਨ ਆਪਣਾ, ਅਣਹੋਦਾ ਆਪ ਬਣਾਏਂਦੇ ਹੋਂ, ਢਾਡੀ ਕਾ ਨੀਚ ਜਾਤ, ਔਰ ਉੱਤਮ ਜਾਤ ਸਦਾਏਂਦੀ। ਤਿਨ ਮੰਗਾ ਜੇ ਤੁਝੇ ਧਿਆਏਂਦੀ। ਵਾਹਿਗੁਰੂ ਵੀ ਕਹਿੰਦੇ ਨੇ ਉਹਨਾਂ ਦਾ ਸੰਗ ਬਖਸ਼ਿਸ਼ ਕਰੋ ਜਿਹੜੇ ਵਾਹਿਗੁਰੂ ਤੈਨੂੰ ਯਾਦ ਕਰਦੇ ਨੇ। ਇਹ ਪ੍ਰਮਾਣ ਕਿਹੜੇ ਨੇ? ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ, ਜਿਹੜੇ ਪ੍ਰਭੂ ਨੂੰ ਭਾਗੇ, ਪ੍ਰਭੂ ਨੂੰ ਭਾਉਂਦੇ ਕਿਹੜੇ ਨੇ? ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਨੇ, ਜਿਹੜੇ ਜਪਦੇ ਨੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਭਾ ਜਾਂਦੇ ਨੇ ਪਰਮੇਸ਼ਰ ਨੂੰ। ਸੇਈ ਬਚਖਣ ਜਾਨ ਜਿਨੇ ਹਰ ਧਿਆਇਆ। ਅਸਲ ਦੇ ਵਿੱਚ ਉਹਨਾਂ ਦੀ ਤੀਖਣ ਬੁੱਧੀ ਹੈ, ਉਹਨਾਂ ਦੀ ਤੀਖਣ ਬੁੱਧੀ ਹੈ। ਉਹ ਬੜੇ ਸਿਆਣੇ ਨੇ। ਜਿਨੇ ਹਰ ਧਿਆਇਆ, ਜਿਨ੍ਹਾਂ ਨੇ ਮਾਲਕ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਆਪਾਂ ਤੀਖਣ ਬੁੱਧੀ ਵਾਲੇ ਕਹਿ ਸਕਦੇ ਹਾਂ, ਚੰਗੀ ਬੁੱਧੀ ਵਾਲੇ ਕਹਿ ਸਕਦੇ ਹਾਂ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ। ਪਿਆਰੋ ਇਹ ਵੀ ਆਪਾਂ ਜਗਤ ਦੇ ਵਿੱਚ ਕਹਿੰਦੇ ਹਾਂ ਨਾ ਕਿ ਐਸ ਮਨੁੱਖ ਦੀ ਬੁੱਧੀ ਬੜੀ ਤੇਜ਼ ਹੈ, ਬੜੀ ਮਾਇਆ ਕਮਾਈ ਇਸਨੇ, ਬਹੁਤ ਧਨ ਦੌਲਤ ਇਸਨੇ ਇਕੱਤਰ ਕੀਤਾ, ਬੜਾ ਪੈਸਾ ਕਮਾਇਆ, ਬੜੀਆਂ ਮਹਿਲ ਮਾੜੀਆਂ ਬਣਾ ਲਈਆਂ, ਬੜਾ ਦਿਮਾਗ ਤੇਜ਼ ਹੈ ਇਸਦਾ। ਪਰ ਸਤਿਗੁਰੂ ਕਹਿ ਰਹੇ ਨੇ ਸਹੀ ਵਿਚਖਣ ਜੰਤ। ਸਿਆਣੇ ਕਿਹੜੇ ਨੇ? ਤੀਖਣ ਬੁੱਧੀ ਵਾਲੇ ਕਿਹੜੇ ਨੇ? ਜਿਨੇ ਹਰ ਧਿਆਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ, ਆਰਾਧਿਆ। ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ। ਉਹ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਜੀਵਨ ਦੇਣ ਵਾਲਾ ਨਾਮ ਜਿਹੜਾ, ਉਸੇ ਨੂੰ ਛਕਦੇ ਨੇ। ਉਹ ਪਰਮੇਸ਼ਰ ਦਾ ਨਾਮ ਹਰ ਵੇਲੇ ਆਰਾਧਦੇ ਰਹਿੰਦੇ ਨੇ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਭੁਖ ਪਾਵੋ, ਜਰਾ ਬਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਭਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜਿਹੜੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਉਹ ਅੰਮ੍ਰਿਤ ਵਰਗਾ ਮਿੱਠਾ ਪਰਮੇਸ਼ਰ ਦਾ ਨਾਮ ਜਪਦੇ। ਪਰਮੇਸ਼ਰ ਦਾ ਨਾਮ ਜਪ ਜਪ ਕੇ ਪਿਆਰੂ ਨਾਮ ਦੇ ਵਿੱਚ ਹੀ ਉਹ ਖੀਵੇ ਰਹਿੰਦੇ ਨੇ। ਸੰਤ ਜਨਾ ਕੀ ਧੂੜ ਮਸਤਕ ਲਾਇਆ। ਪ੍ਰਭੂ ਪਿਆਰਿਆਂ ਦੀ ਮਸਤਕ ਦੇ ਉੱਤੇ, ਆਪਣੇ ਮੱਥੇ ਤੇ ਚਰਨ ਧੂੜ ਲਾਉਂਦੇ ਨੇ। ਆਪਾਂ ਵੇਖਦੇ ਹਾਂ
ਜਦੋਂ ਜੋੜੇਖਾਨੇ ਦੇ ਵਿੱਚ ਕਈ ਰੂਹਾਂ ਆਉਂਦੀਆਂ ਨੇ, ਪਹਿਲਾਂ ਜੋੜਿਆਂ ਦੇ ਥੱਲੇ ਹੱਥ ਲਾ ਕੇ ਤੇ ਆਪਣੇ ਮੱਥੇ ਨੂੰ ਲਾਉਂਦੇ ਨੇ। ਕੋਈ ਬਾਣੀ ਜਪਣ ਵਾਲਾ ਪਰਮੇਸ਼ਰ ਦਾ ਪਿਆਰਾ ਪਿਆਰਿਓ, ਉਹਦੀ ਚਰਨ ਧੂੜ ਜੇ ਕਿਤੇ ਮੱਥੇ ਨੂੰ ਲੱਗ ਜਾਵੇ ਤੇ ਲੇਖ ਹੀ ਬਦਲ ਜਾਂਦੇ ਨੇ, ਲੇਖ ਹੀ ਬਦਲ ਜਾਂਦੇ ਨੇ। ਜੇ ਦੁੱਖ ਨੇ ਉਹ ਸੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਤੇ ਪ੍ਰਭੂ ਦੇ ਪਿਆਰੀ ਕਰਦੀ ਇਸੇ ਤਰ੍ਹਾਂ ਨੇ, ਉਹ ਨਿਮਰਤਾ ਵਸ ਹੋ ਕੇ ਰਹਿੰਦੇ ਨੇ। ਸੰਤ ਜਨਾਂ ਕੀ ਧੂੜ ਮਸਤਕ ਲਾਇਆ, ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਨੇ। ਨਾਨਕ ਭਏ ਬਨੇ ਹਰ ਤੀਰਥ ਨਹਾਇਆ। ਇਹ ਜਿਹੜੇ ਨਾਮ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰਦੇ ਨੇ ਪਿਆਰਿਓ, ਉਹ ਪਨੀਤ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਉਹੀਓ ਪਵਿੱਤਰ ਹੋਣਗੇ ਜਿਹੜੇ ਨਾਮ ਬਾਣੀ ਦੇ ਤੀਰਥ ਵਿੱਚ ਇਸ਼ਨਾਨ ਕਰਨਗੇ। ਨਾਮ ਬਾਣੀ ਦੇ ਤੀਰਥ ਦੇ ਨਾਲ ਜੁੜ ਕੇ ਰਹੀਏ। ਜੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਰਵਾਂਗੇ ਤੇ ਪਿਆਰਿਓ ਸਾਡਾ ਵੀ ਬੇੜਾ ਪਾਰ ਹੋ ਜਾਵੇਗਾ। ਆਪ ਜੀਆਂ ਨੇ ਸ਼ਹਾਦਤ ਪਹਿਲੇ ਸਰਵਣ ਕੀਤੀ, ਭਾਈ ਸਾਹਿਬਾ ਸਿੰਘ, ਭਾਈ ਸੁਬੇਗ ਸਿੰਘ, ਦੋਨਾਂ ਹੀ ਪਿਓ ਪੁੱਤਰਾਂ ਦੀ, ਜਿਨ੍ਹਾਂ ਨੇ ਸਿੱਖੀ ਆਪਣੀ ਕੇਸਾਂ ਤੇ ਸੁਵਾਸਾਂ ਦੇ ਨਾਲ ਨਿਭਾਈ। ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਕੀਤਾ ਆਪ ਜੀਆਂ ਦੇ ਨਾਲ। ਤੇ ਪਿਆਰਿਓ ਤਾਂ ਹੀ ਰੋਜ਼ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ। ਅਸੀਂ ਰੋਜ਼ਾਨਾ ਹੀ, ਇੱਕ ਟਾਈਮ ਨਹੀਂ, ਦੋ ਟਾਈਮ ਨਹੀਂ, ਪਤਾ ਨਹੀਂ ਕਿਤਨੇ ਕੁ ਟਾਈਮ ਕਿੱਥੇ ਕਿੱਥੇ ਅਰਦਾਸਾਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਵਾਰ-ਵਾਰ ਯਾਦ ਕੀਤਾ ਜਾ ਰਿਹਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਦੇ ਨਾਲ ਚਰਾਏ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੂਰਾ ਸੋਈ ਜੋ ਲਰੇ ਦੀਨ ਕੇ ਹਿਤ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹਿਤ ਸੂਰਾ ਸੋਈ ਜੋ ਲਰੇ ਦੀਨ ਕੇ ਹਿਤ ਸੂਰਾ ਸੋਈ ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਕਾਉ ਖੇਤ ਜੁ ਮਾਂਡਿਓ ਸੂਰਮਾ ਅਬ ਜੁਜਨ ਕੋ ਦਾਉ ਖੇਤ ਜੁ ਮਾਂਡਿਓ ਸੂਰਮਾ ਅਬ ਜੁਜਨ ਕੋ ਦਾਉ ਸੂਰਾ ਸੋਈ ਜੋ ਲਰੇ ਦੀਨ ਕੇ ਹਿਤ ਸੂਰਾ ਸੋਈ ਜੋ ਲਰੇ ਦੀਨ ਕੇ ਹਿਤ ਸੂਰਾ ਸੋਈ ਪਿਆਰੇ ਸ਼ਹੀਦਾਂ ਸਿੰਘਾਂ ਕੋ ਦਾਨ ਕੋ ਪ੍ਰਣਾਮ ਹੈ ਜਿਨ੍ਹਾਂ ਨੇ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆਂ ਆਪਣੀਆਂ ਆਹੂਤੀਆਂ ਦਿੱਤੀਆਂ। ਸਤਿਗੁਰੂ ਬਖਸ਼ੰਦ ਪਿਤਾ ਕਿਰਪਾ ਕਰੇ ਸਾਨੂੰ ਵੀ ਉਹਨਾਂ ਪ੍ਰਭੂ ਪਿਆਰਿਆਂ ਦੇ ਗੁਰਸਿੱਖਾਂ ਦੇ ਜੀਵਨ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੇ। ਤਾਈਓ ਸਾਡਾ ਹੋਵੇਗਾ ਇਹ ਲੋਕ ਸੁਖੀਆ ਤੇ ਪਰਲੋਕ ਸੁਹੇਲਾ। ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜ ਕੇ ਰਹੀਏ, ਜੁੜ ਕੇ ਰਹਾਂਗੇ ਤੇ ਜੁੜਿਆਂ ਦੇ ਮੇਲੇ ਹੁੰਦੇ ਨੇ, ਜੁੜਿਆਂ ਦਾ ਹੀ ਮਿਲਾਪ ਉਸ ਵਾਹਿਗੁਰੂ ਦੇ ਨਾਲ ਹੁੰਦਾ ਜੀ। ਆਓ ਸਮੂਹ ਸਾਧ ਸੰਗਤ ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।